ਯਿਸੂ ਮਸੀਹ ਦੇ ਜ਼ਿੰਦਾ ਤੇ ਬਾਬਰਕਤ ਨਾਂ 'ਚ ਤੁਹਾਡੇ ਸਾਰਿਆਂ ਦੀ ਸਲਾਮਤੀ ਹੋਏ। ਪ੍ਰੋਗਰਾਮ ਜੈ ਯਿਸੂ ਨੂੰ ਲੈ ਕੇ ਤੁਹਾਡੇ ਕੋਲ ਆਏ ਹਾਂ ਔਰ ਇਹ ਸਪੈਸ਼ਲ ਪ੍ਰੋਗਰਾਮ ਜਿਹੜਾ ਕਿ ਬਿਸ਼ਪ ਸਾਹਿਬ ਦੇ ਨਾਲ ਮਿਲ ਕੇ ਅਸੀਂ ਕਰ ਰਹੇ ਹਾਂ ਫਾਦਰ ਡੇ। ਫਾਦਰ ਦੀ ਅਹਿਮੀਅਤ ਕੀ ਹੈ ਘਰਾਨਾ 'ਚ, ਫਾਦਰ ਜਿਹੜਾ ਉਹ ਕੀ ਰੋਲ ਰੱਖਦਾ, ਬਾਈਬਲ ਦੀ ਰੂਹ ਦੇ ਨਾਲ ਕਿਸ ਤੌਰ ਦੇ ਨਾਲ ਆਪਣੇ ਬੱਚਿਆਂ ਦੀ ਉਹ ਨਿਗਾਹਦਾਸ਼ਤ ਕਰਦਾ, ਕਿਸ ਤੌਰ ਨਾਲ ਉਹਨਾਂ ਨੂੰ ਸਿਖਾਉਂਦਾ, ਇਹ ਸਾਰੀਆਂ ਗੱਲਾਂ ਅੱਜ ਸਿੱਖਾਂਗੇ ਬਿਸ਼ਪ ਇਲਿਆਸ ਜੋਸਫ ਸਾਹਿਬ ਦੇ ਨਾਲ ਮਿਲ ਕੇ। ਬਿਸ਼ਪ ਸਾਹਿਬ ਪ੍ਰੋਗਰਾਮ 'ਚ ਵੈਲਕਮ ਸਰ। ਖੁਦਾਵੰਦ ਤੁਹਾਨੂੰ ਬਰਕਤ ਦੇਵੇ। ਤੁਸੀਂ ਬੜਾ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ ਤਾਂ ਕਿ ਇੱਕ ਅੱਛਾ ਪ੍ਰੋਗਰਾਮ ਅਸੀਂ ਆਪਣੇ ਨਾਜ਼ਰੀਨ ਨਾਲ ਲਈ ਕਰ ਸਕੀਏ। ਬੇਸ਼ੱਕ ਬਿਸ਼ਪ ਸਾਹਿਬ, ਸਭ ਤੋਂ ਪਹਿਲੇ ਤੇ ਅਸੀਂ ਇਹ ਜਾਣਨਾ ਚਾਹਾਂਗੇ ਕਿ ਬਾਈਬਲ ਦੀ ਰੂਹ ਦੇ ਨਾਲ ਇੱਕ ਬਾਪ ਦੀ, ਇੱਕ ਪਿਓ ਦੀ ਜਿਹੜਾ ਵੇ ਆਪਣੇ ਘਰਾਣੇ ਲਈ ਕੀ ਅਹਿਮੀਅਤ ਹੈ ਜਾਂ ਕੀ ਉਹ ਰੋਲ ਅਦਾ ਕਰਦਾ ਹੈ। ਖੁਦਾਮ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ 'ਚ ਸਾਰੇ ਨਾਜ਼ਰੀਨ ਨੂੰ ਸਲਾਮ ਔਰ ਖੁਦਾਵੰਦ ਦਾ ਸ਼ੁਕਰ ਕਰਨਾ ਕਿ ਅੱਜ ਅਸੀਂ ਇੱਥੇ ਇੱਕ ਗੱਲਬਾਤ ਕਰਨ ਲਈ ਬੈਠੇ ਹਾਂ। ਜੀ ਜੀ, ਪ੍ਰੋਗਰਾਮ ਜੈ ਯਿਸੂ ਦੀ 'ਚ। ਹਾਂਜੀ, ਤੇ ਇਹ ਵੀ ਕਿ ਬਾਪ ਦਾ ਜਿਵੇਂ ਤੁਸੀਂ ਕਿਹਾ ਕਿ ਉਹਦਾ ਕੀ ਰੋਲ ਹੈ ਜੀ ਜੀ, ਔਰ ਖਾਨਦਾਨ 'ਚ ਕੀ ਉਹਦੀ ਅਹਿਮੀਅਤ ਹੈ। ਹਾਂਜੀ, ਜਦੋਂ ਅਸੀਂ ਖੁਦਾ ਦੇ ਕਲਾਮ 'ਚ ਪੜ੍ਹਦੇ ਹਾਂ ਬਹੁਤ ਸਾਰੇ ਲੋਕ ਫਾਦਰ ਡੇ ਮਨਾਉਂਦੇ ਨੇ, ਲੇਕਿਨ ਕਦੀ ਕਦੀ ਫਾਦਰ ਨੂੰ ਆਪਣੀ ਜ਼ਿੰਮੇਵਾਰੀਆਂ ਦਾ ਹੀ ਨਹੀਂ ਪਤਾ ਹੁੰਦਾ। ਹਾਂਜੀ, ਔਰ ਕਦੀ ਕਦੀ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਦੀ ਇੱਜ਼ਤ ਦਾ, ਅਹਿਮੀਅਤ ਦਾ, ਅਜ਼ਮਤ ਦਾ ਪਤਾ ਹੀ ਨਹੀਂ ਹੁੰਦਾ ਔਰ ਸਿਰਫ ਉਹ ਫਾਦਰ ਡੇ ਤੇ ਆ ਕੇ ਬਾਪ ਦੇ ਨਾਲ ਮੁਹੱਬਤ ਕਰਦੇ ਨੇ ਜਾਂ ਗਿਫਟ ਦਿੰਦੇ ਨੇ, ਲੇਕਿਨ ਕਲਾਮ ਦੀ ਰੂਹ ਨਾਲ ਉਹਨਾਂ ਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਅਸੀਂ ਬਾਪ ਦੀ ਖਿਦਮਤ ਕਰਨੀ ਹੈ ਜਾਂ ਤਾਬੇਦਾਰੀ ਕਰਨੀ ਹੈ। ਔਰ ਨਾ ਬਾਪ ਨੂੰ ਪਤਾ ਹੁੰਦਾ ਕਿ ਮੇਰੀ ਜ਼ਿੰਮੇਵਾਰੀ ਕੀ ਹੈ। ਅੱਜ ਅਸੀਂ ਖੁਦਾ ਦੇ ਕਲਾਮ 'ਚੋਂ ਦੇਖਾਂਗੇ। ਜਦੋਂ ਅਸੀਂ ਕਲਾਮ ਮੁਕੱਦਸ 'ਚ ਪੈਦਾਇਸ਼ ਚੌਥਾ ਬਾਬ ਪੜ੍ਹਦੇ ਹਾਂ ਤੇ ਚੌਥੇ ਬਾਬ ਦੀ ਪਹਿਲੀ ਆਇਤ 'ਚ ਲਿਖਿਆ ਹੈ, ਔਰ ਆਦਮ ਆਪਣੀ ਬੀਵੀ ਹਵਾ ਦੇ ਕੋਲ ਗਿਆ ਔਰ ਉਹ ਹਾਮਲਾ ਹੋਈ ਔਰ ਉਹਦੇ ਕਾਇਨ ਪੈਦਾ ਹੋਇਆ। ਤਦ ਉਹਨੇ ਆਖਿਆ ਮੈਨੂੰ ਖੁਦਾਵੰਦ ਤੋਂ ਇੱਕ ਮਰਦ ਮਿਲਾ। ਇਹਦੇ ਮਾਨੀ ਇਹ ਵੇ ਕਿ ਖੁਦਾ ਬਾਪ ਬਣਾਉਂਦਾ ਹੈ ਔਰ ਖੁਦਾ ਹੀ ਇਹ ਫਜ਼ਲ ਬਖਸ਼ਦਾ ਹੈ ਕਿ ਉਹਨੂੰ ਬਾਪ, ਕਿਉਂਕਿ ਖੁਦਾ ਔਲਾਦ ਦੇਵੇਗਾ ਤੇ ਬਾਪ ਹੋਏਗਾ ਤੇ ਇਸ ਲਈ ਬਾਪ ਨੂੰ ਉਸ ਔਲਾਦ ਦੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਣਾ ਚਾਹੀਦਾ ਕਿ ਖੁਦਾ ਕੀ ਉਹਦੇ ਤੇ ਜ਼ਿੰਮੇਵਾਰੀਆਂ ਆਇਦ ਕਰਦਾ ਹੈ। ਤੇ ਜਦੋਂ ਅਸੀਂ ਪੈਦਾਇਸ਼ ਪੰਜਵਾਂ ਬਾਬ ਔਰ ਉਹਦੀ ਤੀਸਰੀ ਆਇਤ ਪੜ੍ਹਨੇ ਹਾਂ ਤੇ ਕਲਾਮ 'ਚ ਲਿਖਿਆ ਹੈ, ਔਰ ਆਦਮ 130 ਵਰਿਆਂ ਦਾ ਹੋਇਆ ਜਦੋਂ ਉਹਦੀ ਸੂਰਤ ਤੇ ਸ਼ਬੀਹ ਦਾ ਇੱਕ ਪੁੱਤਰ ਉਹਦੇ ਹਾਂ ਪੈਦਾ ਹੋਇਆ ਔਰ ਉਹਨੇ ਉਹਦਾ ਨਾਂ ਸੇਤ ਰੱਖਿਆ। ਦੇਖੋ ਕਿੰਨੀ ਅਹਿਮੀਅਤ ਹੈ ਕਿ ਆਦਮ ਦੀ ਸੂਰਤ ਤੇ ਸ਼ਬੀਹ ਤੇ ਉਹਦਾ ਪੁੱਤਰ ਪੈਦਾ ਹੋਇਆ ਤੇ ਇਹ ਕਿੰਨੀ ਵੱਡੀ ਗੱਲ ਹੈ ਕਿ ਖੁਦਾ ਬਾਪ ਦੀ ਸ਼ਕਲੋ ਸ਼ਬੀਹ ਨਾਲ ਉਹਦਾ ਬੇਟਾ ਉਹਨੂੰ ਬਖਸ਼ਦਾ ਹੈ। ਔਰ ਇਸ ਐਤਬਾਰ ਨਾਲ ਅਸੀਂ ਦੇਖਦੇ ਹਾਂ ਕਿ ਬਹੁਤ ਬਾਪ ਦੀ ਅਹਿਮੀਅਤ ਹੈ ਕਿ ਜਿਸ ਤਰ੍ਹਾਂ ਬਾਪ ਹੈ ਖੁਦਾ ਚਾਹੁੰਦਾ ਕਿ ਉਹਦਾ ਬੇਟਾ ਵੀ ਇੰਝ ਹੀ ਹੋਵੇ। ਤੇ ਅਗਰ ਬਾਪ ਰਾਸਤਬਾਜ਼ ਹੈ, ਬਾਪ ਖੁਦਾ ਦੀ ਮਰਜ਼ੀ ਦੇ ਮੁਤਾਬਿਕ ਚੱਲਦਾ ਹੈ ਤੇ ਫਿਰ ਖੁਦਾ ਉਹਦੇ ਬੱਚਿਆਂ ਨੂੰ ਵੀ ਉਹਦੀ ਤਰ੍ਹਾਂ ਹੀ ਕਰਦਾ ਹੈ। ਔਰ ਅਸੀਂ ਦੇਖਦੇ ਹਾਂ ਖੁਦਾ ਦੇ ਕਲਾਮ ਮੁਕੱਦਸ 'ਚ ਪੈਦਾਇਸ਼ 6ਵਾਂ ਬਾਬ ਔਰ ਉਹਦੀ 9ਵੀਂ ਆਇਤ 'ਚ ਲਿਖਿਆ ਹੈ, ਨੂਹ ਦਾ ਨਸਬਨਾਮਾ ਇਹ ਵੇ, ਨੂਹ ਮਰਦੇ ਰਾਸਤਬਾਜ਼ ਤੇ ਆਪਣੇ ਜ਼ਮਾਨਾ ਦੇ ਲੋਕਾਂ 'ਚ ਬੇਐਬ ਸੀ। ਨੂਹ ਖੁਦਾ ਦੇ ਨਾਲ ਨਾਲ ਚੱਲਦਾ ਸੀ ਔਰ ਉਹਦੇ ਤੋਂ 3 ਬੇਟੇ ਸਿਮ, ਹਾਮ ਤੇ ਯਾਫਤ ਪੈਦਾ ਹੋਏ। ਅਸੀਂ ਕਲਾਮ ਮੁਕੱਦਸ 'ਚ ਵੇਖਦੇ ਹਾਂ ਕਿ ਨੂਹ ਰਾਸਤਬਾਜ਼ ਹੈ, ਆਪਣੇ ਜ਼ਮਾਨਾ ਦੇ ਲੋਕਾਂ 'ਚ ਬੇਐਬ ਹੈ ਔਰ ਨੂਹ ਖੁਦਾ ਦੇ ਨਾਲ ਚੱਲਦਾ। ਔਰ ਫਿਰ 10ਵੀਂ ਆਇਤ 'ਚ ਲਿਖਿਆ ਉਹਦੇ ਤੋਂ 3 ਪੁੱਤਰ ਪੈਦਾ ਹੋਏ, ਸਿਮ, ਹਾਮ ਤੇ ਯਾਫਤ। ਔਰ 11ਵੀਂ ਆਇਤ 'ਚ ਪੈਦਾਇਸ਼ 6ਵਾਂ ਬਾਬ 11ਵੀਂ ਆਇਤ 'ਚ ਲਿਖਿਆ, ਪਰ ਜ਼ਮੀਨ ਖੁਦਾ ਦੇ ਅੱਗੇ ਨਾਰਾਜ਼ ਹੋ ਗਈ ਸੀ ਔਰ ਉਹ ਜ਼ੁਲਮ ਨਾਲ ਭਰੀ ਸੀ। ਅਜ਼ੀਜ਼ੋ, ਉਹਦੇ ਇਰਦ ਗਿਰਦ ਮਾਹੌਲ ਬਹੁਤ ਖਰਾਬ ਸੀ, ਲੇਕਿਨ ਉਹਦਾ ਆਪਣੇ ਘਰ ਦਾ ਮਾਹੌਲ ਬਹੁਤ ਅੱਛਾ ਸੀ। ਔਰ ਉਹ ਬਹਿਸੀਅਤ ਬਾਪ ਉਹਨਾਂ ਨੂੰ ਖੁਦਾ ਦੇ ਤਾਬੇ ਕਰਦਾ ਹੈ ਕਿਉਂਕਿ ਉਹ ਖੁਦ ਮਰਦੇ ਰਾਸਤਬਾਜ਼ ਹੈ ਔਰ ਬਾਪ ਨੂੰ ਮਰਦੇ ਰਾਸਤ ਹੋਣਾ ਚਾਹੀਦਾ ਹੈ। ਔਰ ਜਦੋਂ ਬਾਪ ਮਰਦੇ ਰਾਸਤ ਹੈ ਤੇ ਫਿਰ ਖੁਦਾ ਅਗਰਚੇ ਉਹ ਇਰਦ ਗਿਰਦ ਮਾਹੌਲ ਕਿੰਨਾ ਵੀ ਖਰਾਬ ਹੋਏ, ਕਿੰਨੇ ਵੀ ਵਿਗਾੜ ਪਿਆ ਹੋਵੇ, ਪਰ ਖੁਦਾ ਉਹਨੂੰ, ਉਹਦੇ ਖਾਨਦਾਨ ਨੂੰ ਤੇ ਉਹਦੇ ਬੱਚਿਆਂ ਨੂੰ
ਆਪਣੀ ਪਨਾਹ 'ਚ ਰੱਖਦਾ ਹੈ। ਔਰ ਕਲਾਮ ਮੁਕੱਦਸ 'ਚ ਅਸੀਂ ਇਹ ਪੜ੍ਹਨੇ ਆ ਕਿ ਖੁਦਾ ਬਰਕਤ ਉਹਨੂੰ ਬਖਸ਼ਦਾ ਹੈ। ਤੇ ਫਿਰ ਜਦੋਂ ਅਸੀਂ ਪੈਦਾਇਸ਼ 8ਵੇਂ ਬਾਬ 'ਚ ਪੜ੍ਹਨੇ ਆ ਬਹਿਸੀਅਤ ਬਾਪ ਉਹਨੂੰ ਆਪਣੇ ਬੱਚਿਆਂ ਅੱਗੇ ਅੱਛਾ ਨਮੂਨਾ ਪੇਸ਼ ਕਰਨਾ ਚਾਹੀਦਾ। ਉਹ ਖੁਦ ਖੁਦਾ ਦੇ ਹਜ਼ੂਰ ਸ਼ੁਕਰਗੁਜ਼ਾਰੀ ਦੀਆਂ ਕੁਰਬਾਨੀਆਂ ਗੁਜ਼ਰਾਨੇਗਾ ਤੇ ਬੱਚੇ ਵੀ ਬਰਕਤ ਪਾਣਗੇ। ਆਮੀਨ। ਪੈਦਾਇਸ਼ 8ਵਾਂ ਬਾਬ ਉਹਦੀ 20 ਆਇਤ 'ਚ ਲਿਖਿਆ, ਤਦ ਨੂਹ ਨੇ ਖੁਦਾਵੰਦ ਦੇ ਲਈ ਇੱਕ ਮਜ਼ਬਾ ਬਣਾਇਆ ਔਰ ਸਭ ਪਾਕ ਚਪਾਇਆਂ ਤੇ ਪਾਕ ਪਰਿੰਦਿਆਂ 'ਚ ਥੋੜ੍ਹੇ ਜਿਹੇ ਲੈ ਕੇ ਉਸ ਮਜ਼ਬਾ 'ਤੇ ਸੁੱਖ ਦੀ ਕੁਰਬਾਨੀਆਂ ਚੜਾਈਆਂ ਔਰ ਖੁਦਾਵੰਦ ਨੇ ਉਹਨਾਂ ਦੀ ਰਾਹਤ ਅੰਗੇਜ਼ ਖੁਸ਼ਬੂ ਲਈ। ਔਰ ਖੁਦਾਵੰਦ ਨੇ ਆਪਣੇ ਦਿਲ 'ਚ ਆਖਿਆ ਕਿ ਇਨਸਾਨ ਦੇ ਸਬਬ ਤੋਂ ਮੈਂ ਫਿਰ ਕਦੀ ਜ਼ਮੀਨ 'ਤੇ ਲਾਨਤ ਨਹੀਂ ਘੱਲਾਂਗਾ, ਕਿਉਂਕਿ ਇਨਸਾਨ ਦੇ ਦਿਲ ਦਾ ਖਿਆਲ ਲੜਕਪਨ ਤੋਂ ਬੁਰਾ ਹੈ ਔਰ ਨਾ ਫਿਰ ਸਭ ਜਾਨਦਾਰਾਂ ਨੂੰ ਜਿੰਜ ਹੋਣ ਕੀਤਾ ਮਾਰਾਂਗਾ। ਅਸੀਂ ਸੋ ਨੂਹ ਨੇ ਖੁਦਾ ਦੇ ਹਜ਼ੂਰ ਕੁਰਬਾਨੀ ਚੜਾਈ। ਬੱਚੇ ਵਹਿੰਦੇ ਨੇ ਕਿ ਸਾਡਾ ਬਾਪ ਖੁਦਾ ਦੇ ਤਾਬੇ ਵੇ, ਖੁਦਾ ਤੋਂ ਦੁਆ ਕਰਦਾ ਹੈ, ਖੁਦਾ ਦੀ ਇਬਾਦਤ ਕਰਦਾ ਹੈ, ਖੁਦਾ ਦੀ ਪ੍ਰਸਤਿਸ਼ ਕਰਦਾ ਹੈ ਔਰ ਇਹਦੇ ਨਾਲ ਹੀ ਖੁਦਾ ਦੇ ਹਜ਼ੂਰ ਕੁਰਬਾਨੀਆਂ ਚੜਾਉਂਦਾ। ਔਰ ਜਦੋਂ ਉਹ ਆਪਣੇ ਬਾਪ ਨੂੰ ਵੀ ਵੇਖਦੇ ਨੇ ਕਿ ਉਹਨਾਂ ਦਾ ਬਾਪ ਖੁਦਾ ਦੇ ਤਾਬੇ ਵੇ, ਤੇ ਬਾਈਬਲ ਇਹ ਦੱਸਦੀ ਹੈ ਖੁਦਾ ਨੇ ਨੂਹ ਨੂੰ ਵੀ ਉਹਦੇ ਪੁੱਤਰਾਂ ਨੂੰ ਵੀ ਬਰਕਤ ਦਿੱਤੀ। ਜਦੋਂ ਅਸੀਂ ਪੈਦਾਇਸ਼ 9ਵਾਂ ਬਾਬ ਤੇ ਪਹਿਲੀ ਆਇਤ ਪੜ੍ਹਨੇ ਤੇ ਲਿਖਿਆ ਹੈ, ਖੁਦਾ ਨੇ ਨੂਹ ਤੇ ਉਹਦੇ ਪੁੱਤਰਾਂ ਨੂੰ ਬਰਕਤ ਦਿੱਤੀ ਔਰ ਉਹਨਾਂ ਨੂੰ ਆਖਿਆ ਕਿ ਬਾਰਬਰ ਹੋਵੋ, ਵਧੋ ਤੇ ਜ਼ਮੀਨ ਨੂੰ ਮਾਮੂਰ ਕਰੋ ਔਰ ਜ਼ਮੀਨ ਦੇ ਕੁੱਲ ਜਾਨਦਾਰਾਂ ਤੇ ਹਵਾ ਦੇ ਕੁੱਲ ਪਰਿੰਦਿਆਂ ਤੇ ਤੁਹਾਡੀ ਦਹਿਸ਼ਤ ਤੇ ਤੁਹਾਡਾ ਰੋਬ ਹੋਵੇਗਾ। ਇਹ ਔਰ तमाम ਕੀੜੇ ਜਿਨ੍ਹਾਂ ਤੋਂ ਜ਼ਮੀਨ ਭਰੀ ਪਈ ਹੈ, ਸਮੁੰਦਰ ਦੀ ਕੁੱਲ ਮੱਛੀਆਂ ਤੁਹਾਡੇ ਹੱਥ 'ਚ ਕੀਤੀਆਂ ਗਈਆਂ ਨੇ। ਹਰ ਚੱਲਦਾ ਫਿਰਦਾ ਜਾਨਦਾਰ ਤੁਹਾਡੇ ਖਾਣ ਨੂੰ ਹੋਏਗਾ। ਹਰੀ ਸਬਜ਼ੀ ਦੀ ਤਰ੍ਹਾਂ ਮੈਂ ਤੁਹਾਨੂੰ ਸਾਰੇ ਦਾ ਸਾਰਾ ਦੇ ਦਿੱਤਾ। ਅਸੀਂ ਕਲਾਮ ਮੁਕੱਦਸ 'ਚ ਦੇਖਦੇ ਹਾਂ ਕਿ ਜਦੋਂ ਬਾਪ ਖੁਦਾ ਦੇ ਤਾਬੇ ਵੇ ਤੇ ਖੁਦਾ ਉਹਦੇ ਬੱਚਿਆਂ ਨੂੰ ਬਰਕਤ ਦਿੰਦਾ ਹੈ। ਔਰ ਪੈਦਾਇਸ਼ 9ਵੇਂ ਬਾਬ 'ਚ ਅਸੀਂ ਪੜ੍ਹਿਆ ਖੁਦਾ ਨੇ ਨੂਹ ਨੂੰ ਤੇ ਉਹਦੇ ਪੁੱਤਰਾਂ ਨੂੰ ਬਰਕਤ ਦਿੱਤੀ। ਅਸੀਂ ਸੋ ਅੱਜ ਬਾਪ ਦਾ ਰੋਲ ਇੰਜ ਸਾਨੂੰ ਕਦੀ ਨਜ਼ਰ ਨਹੀਂ ਆਉਂਦਾ। ਚਰਚ ਵੇਖੋ ਬਾਪ ਆਉਂਦੇ ਨਹੀਂ, ਮਾਵਾਂ ਆਉਣਗੀਆਂ, ਬੱਚੇ ਆਉਣਗੇ, ਲੇਕਿਨ ਬਾਪ ਨਜ਼ਰ ਨਹੀਂ ਆਉਂਦਾ। ਔਰ ਤੁਸੀਂ ਮੀਟਿੰਗਸ 'ਚ ਵੇਖੋ ਤੇ ਬਾਪ ਘੱਟ ਹੀ ਹੋਣਗੇ ਔਰ ਮਾਵਾਂ ਔਰ ਬੱਚੇ ਹੋਣਗੇ। ਲੇਕਿਨ ਖੁਦਾ ਦੀ ਬਰਕਤ ਦੇ ਲਈ ਬਾਪ ਨੂੰ ਖੁਦਾ ਦੇ ਹਜ਼ੂਰ ਆਉਣਾ ਚਾਹੀਦਾ, ਖੁਦਾ ਦੇ ਤਾਬੇ ਹੋਣਾ ਚਾਹੀਦਾ, ਖੁਦਾ ਦੀ ਮਰਜ਼ੀ ਦੇ ਮੁਤਾਬਿਕ ਹੋਣਾ ਚਾਹੀਦਾ। ਔਰ ਜਦੋਂ ਉਹ ਇੰਜ ਕਰਦਾ ਤੇ ਨਾ ਸਿਰਫ ਖੁਦਾ ਉਹਨੂੰ ਬਰਕਤ ਦਿੰਦਾ ਬਲਕਿ ਉਹਦੇ ਪੁੱਤਰਾਂ ਨੂੰ, ਉਹਦੀਆਂ ਧੀਆਂ ਨੂੰ ਵੀ ਬਰਕਤ ਦਿੰਦਾ, ਅੱਗੋਂ ਉਹਦੇ ਪੋਤਰਿਆਂ ਨੂੰ ਤੇ ਉਹਦੇ ਨਵਾਸੀਆਂ ਨੂੰ ਔਰ ਪੋਤਰੀਆਂ ਨੂੰ ਵੀ ਖੁਦਾ ਬਰਕਤ ਦਿੰਦਾ। ਇਸ ਲਈ ਬਾਪ ਦਾ ਬੜਾ ਅਹਿਮ ਰੋਲ ਹੈ ਕਿ ਉਹ ਜਦੋਂ ਖੁਦਾ ਦੇ ਤਾਬੇ ਹੋਏਗਾ ਖੁਦਾ ਉਹਦੇ ਬਾਇਸ ਉਹਦੇ ਪੂਰੇ ਖਾਨਦਾਨ ਨੂੰ ਬਰਕਤ ਦੇਵੇਗਾ। ਆਮੀਨ ਆਮੀਨ ਜੀ। ਨਾਜ਼ਰੀਨ, ਅਸੀਂ ਬਾਈਬਲ ਦੀ ਰੂਹ ਨਾਲ ਸਿੱਖਿਆ ਕਿ ਕਿਸ ਤੌਰ ਦੇ ਨਾਲ ਖੁਦਾ ਜਿਹੜਾ ਵੇ ਬਾਪ ਦੀ ਅਹਿਮੀਅਤ ਨੂੰ ਜਿਹੜਾ ਸਾਡੇ ਤੇ ਨੁਮਾਇਆਂ ਕਰਦਾ। ਹੁਣ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਬਾਪ ਦੀ ਅਜ਼ਮਤ ਕੀ ਹੈ, ਕੀ ਬਾਪ ਨੇ ਅਜ਼ੀਮ ਕੰਮ ਕੀਤੇ ਕਿ ਘਰਾਨਾ ਜਿਹੜਾ ਵੇ ਉਹ ਉਹਦੇ ਸਬਬ ਦੇ ਨਾਲ ਬਰਕਤ ਪਾਉਂਦਾ ਹੈ। ਜਦੋਂ ਅਸੀਂ ਬਾਪ ਦੀ ਅਜ਼ਮਤ ਦੇ ਬਾਰੇ 'ਚ ਸਿੱਖਦੇ ਹਾਂ ਤੇ ਬਾਈਬਲ ਇਹ ਦੱਸਦੀ ਹੈ ਕਿ ਖੁਦਾ ਬਾਪ ਦੇ ਵਸੀਲੇ ਨਾਲ ਉਹਦੀ ਔਲਾਦ ਨੂੰ ਬਰਕਤ ਦਿੰਦਾ, ਉਹਦੇ ਖਾਨਦਾਨ ਨੂੰ ਬਰਕਤ ਦਿੰਦਾ ਔਰ ਇਹ ਬਾਪ ਦੀ ਅਜ਼ਮਤ ਹੈ ਕਿ ਉਹ ਖੁਦਾ ਦੇ ਤਾਬੇ ਹੋਵੇ ਔਰ ਖੁਦਾ ਉਹਨੂੰ ਯਕੀਨਨ ਬਰਕਤ ਦਿੰਦਾ। ਔਰ ਇੱਕ ਖਾਸ ਗੱਲ ਅਸੀਂ ਜਿਹੜੀ ਖੁਦਾ ਦੇ ਕਲਾਮ ਮੁਕੱਦਸ 'ਚ ਦੇਖਦੇ ਹਾਂ ਕਿ ਉਹਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਖੁਦਾ ਤੂੰ ਮੈਨੂੰ ਔਲਾਦ ਦਿੱਤੀ ਔਰ ਮੈਨੂੰ ਬਾਪ ਦੀ ਹੈਸੀਅਤ ਨਾਲ ਤੂੰ ਇਸ ਦੁਨੀਆ 'ਚ ਚੰਦ ਜ਼ਿੰਮੇਦਾਰੀਆਂ ਦਿੱਤੀਆਂ ਨੇ। ਕਿਉਂਕਿ ਜਦੋਂ ਅਸੀਂ ਪੈਦਾਇਸ਼ 15ਵਾਂ ਬਾਬ ਪੜ੍ਹਦੇ ਹਾਂ ਤੇ ਇੱਥੇ ਲਿਖਿਆ ਹੈ, ਇਹਨਾਂ ਗੱਲਾਂ ਦੇ ਬਾਅਦ ਖੁਦਾਵੰਦ ਦਾ ਕਲਾਮ ਰੋਇਆ 'ਚ ਅਬਰਾਹਮ ਤੇ ਨਾਜ਼ਿਲ ਹੋਇਆ ਔਰ ਉਹਨੇ ਫਰਮਾਇਆ, ਐ ਅਬਰਾਹਮ ਤੂੰ ਮਤ ਡਰ, ਮੈਂ ਤੇਰੀ ਸਿਫਰ ਤੇ ਤੇਰਾ ਬੜਾ ਅਜਰ ਹਾਂ। ਅਬਰਾਹਮ ਨੇ ਆਖਿਆ, ਖੁਦਾਵੰਦ ਖੁਦਾ ਤੂੰ ਮੈਨੂੰ ਕੀ ਦੇਵੇਂਗਾ, ਕਿਉਂਕਿ ਮੈਂ ਤੇ ਬੇ ਔਲਾਦ ਜਾਨਾ ਵਾਂ, ਮੇਰੇ ਘਰ ਦਾ ਮੁਖਤਾਰ ਦਮਿਸ਼ਕੀ ਅਲੀਐਜ਼ਰ ਹੈ। ਫਿਰ ਅਬਰਾਹਮ ਨੇ ਆਖਿਆ, ਵੇਖ ਤੂੰ ਮੈਨੂੰ ਕੋਈ ਔਲਾਦ ਨਹੀਂ ਦਿੱਤੀ ਔਰ ਦੇਖ ਮੇਰਾ ਖਾਨਾਜ਼ਾਦ ਮੇਰਾ ਵਾਰਿਸ ਹੋਏਗਾ। ਤਦ ਖੁਦਾਵੰਦ ਦਾ ਕਲਾਮ ਉਹਦੇ ਤੇ ਨਾਜ਼ਿਲ ਹੋਇਆ। ਉਹਨੇ ਫਰਮਾਇਆ,
ਇਹ ਤੇਰਾ ਵਾਰਿਸ ਨਹੀਂ ਹੋਵੇਗਾ, ਬਲਕਿ ਉਹ ਜਿਹੜਾ ਤੇਰੇ ਸੁਲਬ ਤੋਂ ਪੈਦਾ ਹੋਏਗਾ ਉਹੀ ਤੇਰਾ ਵਾਰਿਸ ਹੋਏਗਾ। ਔਰ ਉਹ ਉਹਨੂੰ ਬਾਹਰ ਲੈ ਗਿਆ ਔਰ ਆਖਿਆ ਕਿ ਹੁਣ ਅਸਮਾਨ ਦੀ ਤਰਫ ਨਿਗਾਹ ਕਰ, ਔਰ ਅਗਰ ਤੂੰ ਸਿਤਾਰਿਆਂ ਨੂੰ ਗਿਣ ਸਕਣਾ ਤੇ ਗਿਣ। ਔਰ ਉਹਨੂੰ ਆਖਿਆ ਤੇਰੀ ਔਲਾਦ ਇੰਝ ਹੀ ਹੋਏਗੀ। ਔਰ ਉਹ ਖੁਦਾਵੰਦ ਤੇ ਈਮਾਨ ਲਿਆਇਆ। ਇਹਨੂੰ ਉਹਨੇ ਉਹਦੇ ਹੱਕ 'ਚ ਰਾਸਤਬਾਜ਼ੀ ਸ਼ੁਮਾਰ ਕੀਤਾ। ਅਸੀਂ ਇਹ ਦੇਖਦੇ ਹਾਂ ਕਿ ਉਹ ਜਿਹੜੇ ਬੇ ਔਲਾਦ ਨੇ ਉਹ ਕਿੰਨੇ ਪਰੇਸ਼ਾਨ ਹੁੰਦੇ ਨੇ ਕਿ ਅਸੀਂ ਬੇ ਔਲਾਦ ਹਾਂ। ਔਰ ਅਬਰਾਹਮ ਵੀ ਜਦ ਤੱਕ ਬੇ ਔਲਾਦ ਹੈ ਬਹੁਤ ਫਿਕਰਮੰਦ ਹੈ। ਔਰ ਖੁਦਾ ਨੇ ਉਹਨੂੰ ਜਦੋਂ ਦੱਸਿਆ ਕਿ ਨਹੀਂ ਮੈਂ ਤੇਰੇ ਤੇ, ਔਰ ਇਹ ਬਾਪ ਦੀ ਅਜ਼ਮਤ ਹੈ ਕਿ ਖੁਦਾ ਉਹਨੂੰ ਔਲਾਦ ਦਿੰਦਾ ਔਰ ਇੰਜ ਅਜ਼ਮਤ ਬਖਸ਼ਦਾ ਔਰ ਉਹਦੀ ਸਾਰੀ ਪਰੇਸ਼ਾਨੀਆਂ ਨੂੰ ਦੂਰ ਕਰਦਾ। ਫਿਰ ਬਾਪ ਦੀ ਅਜ਼ਮਤ ਜਿਹੜੀ ਹੈ ਉਹ ਇਹ ਵੇ ਕਿ ਉਹ ਖਾਨਦਾਨ ਦਾ ਸਰਬਰਾਹ ਵੇ, ਉਹ ਖਾਨਦਾਨ ਦਾ ਰਹਿਨੁਮਾ ਵੇ। ਉਹ ਆਪਣੇ ਬੱਚਿਆਂ ਦੀ ਨਿਗਹਦਾਸ਼ਤ ਵੀ ਕਰਦਾ ਹੈ ਤੇ ਆਪਣੇ ਬੱਚਿਆਂ ਦੀ ਰੂਹਾਨੀ ਤਰੱਕੀ ਲਈ ਵੀ ਉਹ ਸੋਚਦਾ ਵੀ ਹੈ ਔਰ ਫਿਰ ਕੋਸ਼ਿਸ਼ ਕਰਦਾ ਹੈ। ਔਰ ਇਸੇ ਤਰ੍ਹਾਂ ਆਪਣੇ ਘਰ 'ਚ ਸ਼ੁਕਰਗੁਜ਼ਾਰੀ ਦੀ ਦੁਆ ਕਰਦਾ ਹੈ। ਰੋਜ਼ਾਨਾ ਸੁਬਹ ਸਵੇਰੇ ਉੱਠਦਾ ਹੈ ਔਰ ਦੁਆ ਕਰਦਾ ਹੈ, ਖੁਦਾ ਦੀ ਹਮਦੋ ਸਨਾ ਕਰਦਾ ਹੈ। ਔਰ ਬੱਚੇ ਬਾਪ ਨੂੰ ਵੇਂਦੇ ਨੇ, ਉਹਦੇ ਤਾਬੇ ਹੁੰਦੇ ਨੇ। ਮੈਂ ਬਹੁਤ ਛੋਟਾ ਹੀ ਸਾਂ ਤੇ ਮੇਰੇ ਵਾਲਿਦ ਸਾਹਿਬ ਸੁਬਹ ਸਵੇਰੇ ਹਾਰਮੋਨੀਅਮ ਵਜਾਉਂਦੇ, ਗੀਤ ਗਾਉਂਦੇ। ਔਰ ਮੈਨੂੰ ਯਾਦ ਹੈ ਕਿ ਮੈਂ ਹਰ ਸੁਬਹ ਜਦੋਂ ਵੀ ਅੱਖ ਖੋਲੀ ਨਾ ਮੈਂ ਉਹਨਾਂ ਨੂੰ ਗੀਤ ਗਾਉਂਦੇ ਔਰ ਉਸ ਹਾਰਮੋਨੀਅਮ ਦੀ ਆਵਾਜ਼ ਦੇ ਨਾਲ ਮੈਂ ਉੱਠਦਾ ਸਾਂ। ਔਰ ਫਿਰ ਖੁਦਾ ਨੇ ਮੇਰੇ ਅੰਦਰ ਵੀ ਇਹ ਜਜ਼ਬਾ ਪੈਦਾ ਕੀਤਾ ਕਿ ਜਿੰਜ ਮੇਰਾ ਬਾਪ ਸੁਬਹ ਸਵੇਰੇ ਇਬਾਦਤ ਕਰਦਾ ਹੈ ਮੈਂ ਵੀ ਸੁਬਹ ਸਵੇਰੇ ਇਬਾਦਤ ਕਰਾਂ। ਔਰ ਮੇਰੇ ਵਾਲਿਦ ਸਾਹਿਬ ਕਲਾਮ ਮੁਕੱਦਸ ਪੜ੍ਹਦੇ ਸਨ। ਮੈਂ ਸੁਬਹ ਸਵੇਰੇ ਮੈਂ ਵੀ ਕਲਾਮ ਮੁਕੱਦਸ ਪੜ੍ਹਨਾ। ਮੈਂ ਯੂਨੀਵਰਸਿਟੀ ਗਿਆ ਔਰ ਇਹ ਆਨਰਸ ਕੀਤਾ, ਮਾਸਟਰ ਕੀਤਾ। ਤੇ ਮੈਂ ਜਾਣ ਤੋਂ ਪਹਿਲਾਂ ਰੋਜ਼ਾਨਾ, ਕਿਉਂਕਿ ਮੇਰੇ ਵਾਲਿਦ ਸਾਹਿਬ ਕੰਮ ਜਾਣ ਤੋਂ ਪਹਿਲਾਂ ਫਿਰ ਅਸੀਂ ਸ਼ਾਮੀ ਉਹ ਆ ਕੇ ਇਬਾਦਤ ਕਰਦੇ ਸਨ ਤੇ ਸ਼ਾਮ ਦੀ ਸੁਬਹ ਦੀ ਇਬਾਦਤ। ਇਸੇ ਤਰ੍ਹਾਂ ਬੱਚਾ ਆਪਣੇ ਬਾਪ ਤੋਂ ਬੜਾ ਮੁਤਾਸਰ ਹੁੰਦਾ ਹੈ। ਜੋ ਕੁਝ ਬਾਪ ਕਰਦਾ ਨਾ ਉਹੀ ਬੱਚਾ ਕਰਦਾ ਹੈ। ਔਰ ਅੱਜ ਬਾਪ ਆਪਣੀ ਇਸ ਅਜ਼ਮਤ ਨੂੰ ਗਵਾ ਬੈਠਾ ਹੈ। ਉਹ ਨਾ ਕਲਾਮ ਪੜ੍ਹਦਾ ਹੈ, ਨਾ ਦੁਆ ਕਰਦਾ ਹੈ, ਨਾ ਖੁਦਾ ਦੇ ਘਰ ਜਾਂਦਾ ਹੈ। ਔਰ ਇਸੇ ਲਈ ਬੱਚੇ ਵੀ ਜਿਹੜੇ ਨੇ ਉਹ ਖੁਦਾਵੰਦ ਦੀ ਹਜ਼ੂਰੀ 'ਚ ਨਹੀਂ ਆਉਂਦੇ ਔਰ ਇਸ ਵਜ੍ਹਾ ਤੋਂ ਬਰਕਤ ਨਹੀਂ ਪਾਉਂਦੇ। ਤੇ ਬਾਪ ਦੀ ਅਜ਼ਮਤ ਇਹ ਵੇ ਕਿ ਉਹ ਖੁਦ ਖੁਦਾ ਦੀ ਹਜ਼ੂਰੀ 'ਚ ਜ਼ਿੰਦਗੀ ਗੁਜ਼ਾਰੇ ਤੇ ਖੁਦਾ ਯਕੀਨਨ ਉਹਨੂੰ ਕਸਰਤ ਦੇ ਨਾਲ ਬਰਕਤ ਦਿੰਦਾ ਹੈ। ਔਰ ਖੁਦਾ ਦੇ ਕਲਾਮ 'ਚ ਅਸੀਂ ਪੜ੍ਹਨੇ ਹਾਂ ਕਿ ਖੁਦਾ ਨੇ ਅਬਰਾਹਮ ਨੂੰ ਬਰਕਤ ਦਿੱਤੀ ਔਰ ਫਿਰ ਬਾਪ ਕੀ ਕਰਦਾ ਹੈ, ਆਪਣੇ ਬੱਚਿਆਂ ਦੀਆਂ ਖੁਸ਼ੀਆਂ ਸੈਲੀਬ੍ਰੇਟ ਕਰਦਾ ਹੈ। ਜਦੋਂ ਅਸੀਂ ਪੈਦਾਇਸ਼ 21 ਬਾਪ ਔਰ ਉਹਦੀ 8ਵੀਂ ਆਇਤ ਪੜ੍ਹਨੇ ਹਾਂ ਤੇ ਲਿਖਿਆ ਔਰ ਲੜਕਾ ਵਧਿਆ ਔਰ ਉਹਦਾ ਦੁੱਧ ਛੁਡਾਇਆ ਗਿਆ ਔਰ ਇਜ਼ਾਕ ਦੇ ਦੁੱਧ ਛੁਡਾਉਣ ਦੇ ਦਿਨ ਅਬਰਾਹਮ ਨੇ ਬੜੀ ਜ਼ਿਆਫਤ ਕੀਤੀ। ਹਾਲੇਲੂਇਆ। ਹੁਣ ਬਾਪ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚੇ ਨੂੰ ਖੁਦਾਵੰਦ ਦੇ ਤਾਬੇ ਵੀ ਕਰਦਾ, ਸ਼ੁਕਰਗੁਜ਼ਾਰੀ ਕਰਦਾ ਕਿ ਉਹ ਖੁਦਾ ਦੇ ਹਜ਼ੂਰ ਰਵੇ ਔਰ ਇਸੇ ਤਰ੍ਹਾਂ ਆਪਣੇ ਈਮਾਨਦਾਰ ਅਜ਼ੀਜ਼ਾਂ ਦੇ ਨਾਲ ਵੀ ਉਹਦੀ ਰਫਾਕਤ ਰਵੇ। ਤੇ ਇਹ ਬੱਚੇ ਦੀ ਰੂਹਾਨੀ ਤਰੱਕੀ ਔਰ ਬੱਚੇ ਦੇ ਖੁਦਾ ਦੇ ਰੂਹ 'ਚ ਵਧਣ ਲਈ ਬੜਾ ਅਹਿਮ ਕਿਰਦਾਰ ਹੈ। ਔਰ ਬਾਪ ਹਮੇਸ਼ਾ ਆਪਣੇ ਬੱਚੇ ਦੇ ਲਈ ਜਾਂ ਆਪਣੇ ਬੱਚਿਆਂ ਦੇ ਲਈ, ਆਪਣੀ ਔਲਾਦ ਦੇ ਲਈ ਉਹ ਅੱਛੇ ਮਨਸੂਬੇ ਬਣਾਉਂਦਾ ਹੈ। ਔਰ ਬਾਈਬਲ ਇਹ ਦੱਸਦੀ ਹੈ ਕਿ ਜੇ ਬਾਪ ਦੀ ਅਜ਼ਮਤ ਕੀ ਹੈ, ਬਾਪ ਆਪਣੇ ਅਸਮਾਨੀ ਬਾਪ ਦੇ ਤਾਬੇ ਵੇ। ਜਦੋਂ ਆਪਣੇ ਅਸਮਾਨੀ ਬਾਪ ਦੇ ਤਾਬੇ ਵੇ ਨਾ ਤੇ ਯਕੀਨੀ ਤੌਰ ਤੇ ਉਹਦਾ ਬੱਚਾ ਵੀ ਉਹਦੇ ਤਾਬੇ ਹੋਏਗਾ। ਆਮੀਨ ਜੀ। ਨਾਜ਼ਰੀਨ, ਇੱਥੇ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਔਰ ਮਿਲਨੇ ਹਾਂ ਛੋਟੇ ਜਿਹੇ ਬ੍ਰੇਕ ਦੇ ਬਾਅਦ। जी नाजरीन, दोबारा तो खुश आमदीद प्रोग्राम च असीं तुहानूं करने आ और बाप दी अज़मत दे बारे च असीं सिख रहे सां कि किस तौर नाल बाप जिहड़ा वे ओह अजीम हुंदा है अपने घराने विच। जी बिशप साहब, जित्थों असीं छड्डिया ਸੀ ਉੱਥੋਂ ਹੀ ਸ਼ੁਰੂ ਕਰਨੇ ਆ। ਹਾਂਜੀ, ਖੁਦਾ ਦੇ ਕਲਾਮ 'ਚ ਅਸੀਂ ਪੜਾਂਗੇ ਪੈਦਾਇਸ਼ 22 ਬਾਬ
ਉਹਦੀ ਪਹਿਲੀ ਆਇਤ 'ਚੋਂ, ਇਹਨਾਂ ਗੱਲਾਂ ਦੇ ਬਾਅਦ ਇੰਜ ਹੋਇਆ ਕਿ ਖੁਦਾ ਨੇ ਅਬਰਾਹਮ ਨੂੰ ਅਜ਼ਮਾਇਆ ਔਰ ਉਹਨੂੰ ਆਖਿਆ, ਐ ਅਬਰਾਹਮ। ਉਹਨੇ ਕਿਹਾ, ਮੈਂ ਹਾਜ਼ਰ ਹਾਂ। ਤਦ ਉਹਨੇ ਕਿਹਾ, ਤੂੰ ਆਪਣੇ ਪੁੱਤਰ ਇਜ਼ਾਕ ਨੂੰ, ਜਿਹੜਾ ਤੇਰਾ ਇਕਲੌਤਾ ਹੈ ਔਰ ਜਿਹਨੂੰ ਤੂੰ ਪਿਆਰ ਕਰਨਾ ਹੈ, ਨਾਲ ਲੈ ਕੇ ਮੂਰੀਆ ਦੇ ਮੁਲਕ 'ਚ ਜਾ ਔਰ ਉੱਥੇ ਉਹਨਾਂ ਪਹਾੜਾਂ 'ਚ, ਜਿਨ੍ਹਾਂ 'ਚ ਇੱਕ ਪਹਾੜ ਜਿਹੜਾ ਮੈਂ ਤੈਨੂੰ ਦੱਸਾਂਗਾ, ਸੁਖਨੀ ਕੁਰਬਾਨੀ ਦੇ ਤੌਰ ਤੇ ਚੜ੍ਹਾ। ਅਸੀਂ ਇਹ ਦੇਖਨੇ ਹਾਂ ਕਿ ਬਾਜ਼ ਔਕਾਤ ਬਾਪ ਅਸਮਾਨੀ ਬਾਪ ਦੀ ਮੁਹੱਬਤ ਦੀ ਬਜਾਏ ਬੱਚਿਆਂ ਦੀ ਮੁਹੱਬਤ 'ਚ ਪੈ ਜਾਂਦਾ ਹੈ, ਕਾਰੋਬਾਰ ਦੀ ਮੁਹੱਬਤ 'ਚ ਪੈ ਜਾਂਦਾ ਹੈ, ਦੌਲਤ ਦੀ ਮੁਹੱਬਤ 'ਚ ਪੈ ਜਾਂਦਾ ਹੈ। ਇਸੇ ਤਰ੍ਹਾਂ ਤੇ ਖੁਦਾ ਇਹ ਚਾਹੁੰਦਾ ਕਿ ਸਭ ਤੋਂ ਜ਼ਿਆਦਾ ਉਹ ਖੁਦਾ ਨਾਲ ਮੁਹੱਬਤ ਕਰੇ, ਕਿਉਂਕਿ ਔਲਾਦ ਖੁਦਾ ਨੇ ਦਿੱਤੀ ਹੈ, ਆਮੀਨ। ਘਰ ਖੁਦਾ ਨੇ ਦਿੱਤਾ ਵੇ, ਹਾਂਜੀ, ਕਾਰੋਬਾਰ ਖੁਦਾ ਨੇ ਦਿੱਤਾ ਹੈ, ਔਰ ਜੋ ਕੁਝ ਖੁਦਾ ਨੇ ਦਿੱਤਾ ਹੈ ਨਾ, ਉਹ ਦੇਣ ਵਾਲੇ ਦੇ ਹਜ਼ੂਰ ਝੁਕੇ। ਔਰ ਕਦੀ ਕਦੀ ਉਹਦੀ ਮੁਹੱਬਤ ਜਿਹੜੀ ਹੈ ਉਹ ਸਿਰਫ ਉਹਨਾਂ ਚੀਜ਼ਾਂ ਜਿਹੜੀਆਂ ਦਿੱਤੀਆਂ ਗਈਆਂ ਨੇ, ਜਿਵੇਂ ਔਲਾਦ ਹੈ, ਖਾਨਦਾਨ ਹੈ, ਦੌਲਤ ਹੈ ਔਰ ਕਾਰੋਬਾਰ ਹੈ, ਇੱਧਰ ਉਹਦੀ ਮੁਹੱਬਤ ਵੱਧ ਜਾਂਦੀ ਹੈ। ਹੁਣ ਖੁਦਾ ਨੇ ਕਿਹਾ ਕਿ ਤੂੰ ਇਹਨੂੰ ਕੁਰਬਾਨ ਕਰ ਦੇ, ਮੇਰੀ ਮੁਹੱਬਤ 'ਚ ਕੁਰਬਾਨ ਕਰ ਦੇ। ਔਰ ਉਹਦੇ ਲਈ ਇਹ ਬੜਾ ਮੁਸ਼ਕਿਲ ਲਮਾ ਹੈ, ਲੇਕਿਨ ਅਸੀਂ ਇਹ ਦੇਖਨੇ ਆ ਕਿ ਬਾਪ ਅਜ਼ੀਮ ਬਾਪ ਹੈ, ਉਹਨੇ ਦੇਣ ਵਾਲੇ ਖੁਦਾ ਦੀ ਮੁਹੱਬਤ ਨੂੰ ਅਜ਼ਮਤ ਦਿੱਤੀ, ਫੌਕੀਅਤ ਦਿੱਤੀ, ਔਰ ਉਹ ਉਹਦੀ ਮੁਹੱਬਤ 'ਚ ਆਪਣੇ ਇਕਲੌਤੇ ਬੇਟੇ ਇਜ਼ਹਾਕ ਨੂੰ ਵੀ ਕੁਰਬਾਨ ਕਰਨ ਵਾਸਤੇ ਬਿਲਕੁਲ ਤਿਆਰ ਹੈ। ਔਰ ਇਹਦੇ ਮਾਨੀ ਕਿ ਬਾਪ ਨੂੰ ਹਮੇਸ਼ਾ ਆਪਣੇ ਬੱਚਿਆਂ ਤੋਂ ਵੱਧ ਆਪਣੇ ਖੁਦਾ ਨਾਲ ਮੁਹੱਬਤ ਕਰਨੀ ਚਾਹੀਦੀ। ਔਰ ਜਦੋਂ ਆਪਣੇ ਬੱਚਿਆਂ ਤੋਂ ਵੀ ਵੱਧ ਖੁਦਾ ਨਾਲ ਮੁਹੱਬਤ ਕਰਦਾ ਨਾ, ਤੇ ਫਿਰ ਖੁਦਾ ਉਹਦੇ ਬੱਚਿਆਂ ਨੂੰ ਮਹਿਫੂਜ਼ ਵੀ ਰੱਖਦਾ ਔਰ ਬਰਕਤ ਦਿੰਦਾ ਹੈ। ਔਰ ਖੁਦਾ ਦੇ ਕਲਾਮ 'ਚ ਅਸੀਂ ਪੜ੍ਹਦੇ ਹਾਂ, ਜਦੋਂ ਅਸੀਂ ਪੈਦਾਇਸ਼ 22ਵਾਂ ਬਾਬ 30 ਆਇਤ ਪੜ੍ਹਦੇ ਹਾਂ, ਲਿਖਿਆ ਹੈ, ਤਦ ਅਬਰਾਮ ਨੇ ਸੁਬਹ ਸਵੇਰੇ ਉੱਠ ਕੇ ਆਪਣੇ ਗਧੇ ਤੇ 4 ਜਾਮਾ ਕੱਸਿਆ ਔਰ ਆਪਣੇ ਨਾਲ 2 ਜਵਾਨਾਂ ਤੇ ਆਪਣੇ ਪੁੱਤਰ ਇਜ਼ਾਕ ਨੂੰ ਲਿਆ ਔਰ ਸੁਖਨੀ ਕੁਰਬਾਨੀ ਦੇ ਲਈ ਲੱਕੜੀਆਂ ਚੀਰੀਆਂ ਔਰ ਉੱਠ ਕੇ ਉਸ ਜਗ੍ਹਾ ਨੂੰ ਜਿਹੜੀ ਖੁਦਾ ਨੇ ਉਹਨੂੰ ਦੱਸੀ ਸੀ ਟੁਰ ਗਿਆ। ਤੀਸਰੇ ਦਿਨ ਅਬਰਾਮ ਨੇ ਨਿਗਾਹ ਕੀਤੀ ਔਰ ਉਸ ਜਗ੍ਹਾ ਨੂੰ ਦੂਰ ਤੋਂ ਵੇਖਿਆ। ਤਦ ਅਬਰਾਮ ਨੇ ਆਪਣੇ ਜਵਾਨਾਂ ਨੂੰ ਆਖਿਆ, ਤੁਸੀਂ ਇੱਥੇ ਗਧੇ ਦੇ ਕੋਲ ਰੁਕੋ, ਮੈਂ ਤੇ ਇਹ ਲੜਕਾ ਦੋਵੇਂ ਜ਼ਰਾ ਉੱਥੇ ਤੱਕ ਜਾਂਦੇ ਹਾਂ, ਸਜਦਾ ਕਰਕੇ ਫਿਰ ਤੁਹਾਡੇ ਕੋਲ ਲੌਟ ਆਵਾਂਗੇ। ਅਬਰਾਮ ਨੇ ਸੁਖਨੀ ਕੁਰਬਾਨੀ ਦੀ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਜ਼ਾਕ ਤੇ ਰੱਖੀਆਂ ਔਰ ਅੱਗ ਔਰ ਛੁਰੀ ਆਪਣੇ ਹੱਥ 'ਚ ਲਈ ਔਰ ਦੋਨੋਂ ਇਕੱਠੇ ਟੁਰ ਪਏ। ਤਦ ਇਜ਼ਾਕ ਨੇ ਆਪਣੇ ਬਾਪ ਅਬਰਾਮ ਨੂੰ ਆਖਿਆ, ਐ ਬਾਪ। ਉਹਨੇ ਜਵਾਬ ਦਿੱਤਾ, ਐ ਮੇਰੇ ਪੁੱਤਰ, ਮੈਂ ਹਾਜ਼ਰ ਹਾਂ। ਉਹਨੇ ਕਿਹਾ, ਵੇਖ, ਅੱਗ ਤੇ ਲੱਕੜੀਆਂ ਤੇ ਹੈ ਨੇ, ਪਰ ਸੁਖਨੀ ਕੁਰਬਾਨੀ ਦੇ ਲਈ ਬਰਰਾ ਕਿੱਥੇ ਵੇ? ਅਬਰਾਮ ਨੇ ਆਖਿਆ, ਐ ਮੇਰੇ ਪੁੱਤਰ, ਖੁਦਾ ਆਪ ਹੀ ਆਪਣੇ ਵਾਸਤੇ ਸੁਖਨੀ ਕੁਰਬਾਨੀ ਲਈ ਬਰਰਾ ਮੁਹੱਈਆ ਕਰ ਲੇਗਾ। ਸੋ ਉਹ ਦੋਨੋਂ ਅੱਗੇ ਟੁਰਦੇ ਗਏ। ਖੁਦਾ ਦੇ ਕਲਾਮ 'ਚ ਅਸੀਂ ਦੇਖਨੇ ਹਾਂ ਕਿ ਅਬਰਾਹਮ ਖੁਦਾ ਦੀ ਮੁਹੱਬਤ 'ਚ ਜਾਂਦਾ ਔਰ ਉਸ ਖੁਦਾ ਦੀ ਮੁਹੱਬਤ 'ਚ ਆਪਣੇ ਬੱਚੇ ਨੂੰ ਵੀ ਆਪਣੇ ਨਾਲ ਲੈ ਕੇ ਜਾਂਦਾ। ਔਰ ਦੂਸਰੀ ਗੱਲ ਅਸੀਂ ਇੱਥੇ ਇਹ ਵੇਖਨੇ ਹਾਂ ਕਿ ਬੱਚਾ ਬਾਸ਼ਊਰ ਹੈ, ਸਮਝਦਾਰ ਹੈ, ਔਰ ਉਹਨੇ ਕਿਹਾ, ਅੱਬਾ ਅਸੀਂ ਲੱਕੜੀਆਂ ਲੈ ਲਈਆਂ ਨੇ ਸੁਖਨੀ ਕੁਰਬਾਨੀ ਲਈ। ਉਹਨੇ ਦੱਸਿਆ, ਪੁੱਤਰ ਅਸੀਂ ਸੁਖਨੀ ਕੁਰਬਾਨੀ ਲਈ ਜਾ ਰਹੇ ਹਾਂ। ਉਹਨੇ ਕਿਹਾ, ਅੱਬਾ ਲੱਕੜੀਆਂ ਸਾਡੇ ਕੋਲ ਨੇ, ਅੱਗ ਵੀ ਸਾਡੇ ਕੋਲ ਹੈ, ਛੁਰੀ ਵੀ ਸਾਡੇ ਕੋਲ ਹੈ, ਪਰ ਸਾਡੇ ਕੋਲ ਬਰਰਾ ਕਿੱਥੇ? ਇਹਦਾ ਮਤਲਬ ਹੈ ਬੱਚਾ ਸਮਝਦਾਰ ਹੈ ਔਰ ਬਾਸ਼ਊਰ ਹੈ। ਔਰ ਜਦੋਂ ਹੁਣ ਉਹ ਲੈ ਕੇ ਉਹਨੂੰ ਜਾ ਰਿਹਾ ਤੇ ਕਲਾਮ ਮੁਕੱਦਸ 'ਚ ਉਹਨੂੰ ਸਿਖਾਇਆ ਕਿ ਖੁਦਾ ਆਪ ਹੀ ਮੁਹੱਈਆ ਕਰੇਗਾ। ਹੁਣ ਇੱਥੇ ਈਮਾਨ ਦਾ ਇੱਕ ਬਹੁਤ ਵੱਡਾ ਭੇਤ ਹੈ। ਉਹਨੇ ਆਪਣੇ ਬੱਚੇ ਨੂੰ ਦੱਸਿਆ ਕਿ ਜੋ ਕੁਝ ਸਾਡੇ ਕੋਲ ਨਹੀਂ ਨਾ, ਉਹ ਸਾਡਾ ਖੁਦਾ ਸਾਨੂੰ ਦੇ ਸਕਦਾ। ਔਰ ਇਹ ਉਹ ਬੱਚੇ ਦੀ ਰੂਹਾਨੀ ਤਰਬੀਅਤ ਹੈ। ਅੱਜ ਬਹੁਤ ਸਾਰੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਇਹ ਨਹੀਂ ਦੱਸਦੇ ਕਿ ਸਾਡਾ ਖੁਦਾ ਹੀ ਸਭ ਕੁਝ ਹੈ, ਸਾਡਾ ਖੁਦਾ ਹੀ ਮੁਹੱਈਆ ਕਰਨ ਵਾਲਾ ਹੈ ਔਰ ਸਾਡਾ ਖੁਦਾ ਹੀ ਸਾਡਾ ਪਾਲਣ ਵਾਲਾ ਵੇ ਔਰ ਸਾਨੂੰ ਦੇਣ ਵਾਲਾ ਵੇ। ਔਰ ਖੁਦਾ ਦੇ ਕਲਾਮ 'ਚ ਅਸੀਂ ਦੇਖਨੇ ਹਾਂ ਕਿ ਹੁਣ ਜਦੋਂ ਅਸੀਂ ਪੈਦਾਇਸ਼ 22 ਬਾਬ ਤੇ 9ਵੀਂ ਆਇਤ ਨੂੰ ਪੜ੍ਹਨੇ ਤੇ ਲਿਖਿਆ, ਔਰ ਉਸ ਜਗ੍ਹਾ ਆਪਣੇ ਜਿਹੜੀ ਖੁਦਾ ਨੇ ਦੱਸੀ ਸੀ ਉੱਥੇ ਅਬਰਾਮ ਨੇ ਕੁਰਬਾਨਗਾਹ ਬਣਾਈ ਔਰ ਉਹਦੇ ਤੇ ਲੱਕੜੀਆਂ ਚੁਣੀਆਂ ਔਰ ਆਪਣੇ ਪੁੱਤਰ ਇਜ਼ਾਕ ਨੂੰ ਬੰਨਿਆ
ਔਰ ਉਹਨੂੰ ਕੁਰਬਾਨਗਾਹ ਤੇ ਲੱਕੜੀਆਂ ਦੇ ਉੱਪਰ ਰੱਖਿਆ ਔਰ ਅਬਰਾਮ ਨੇ ਹੱਥ ਵਧਾ ਕੇ ਛੁਰੀ ਲਈ ਕਿ ਆਪਣੇ ਪੁੱਤਰ ਨੂੰ ਜ਼ਬਾ ਕਰੇ। ਹੁਣ ਇੱਥੇ ਖਾਸ ਜਿਹੜੀ ਗੱਲ ਮੈਂ ਦੱਸਣਾ ਚਾਹਨਾ, ਜੀ ਜੀ, ਜਿੰਜ ਅਬਰਾਹਮ ਖੁਦਾ ਦੇ ਤਾਬੇ ਵੇ ਨਾ, ਇੰਜ ਹੀ ਉਹਦਾ ਪੁੱਤਰ ਇਸਾਕ ਉਹਦੇ ਤਾਬੇ ਵੇ। ਆਮੀਨ। ਇਸਾਕ ਜਦੋਂ ਕਹਿੰਦਾ ਹੈ ਕਿ ਬਰਾ ਕਿੱਥੇ ਵੇ, ਤੇ ਜਦੋਂ ਉਹਨੇ ਲੱਕੜੀਆਂ ਚੁਣੀਆਂ ਔਰ ਉਹਨੇ ਇਸਾਕ ਨੂੰ ਬੰਨਿਆ ਤੇ ਕੁਰਬਾਨਗਾਹ ਤੇ ਲੱਕੜੀਆਂ ਦੇ ਉੱਤੇ ਰੱਖਿਆ, ਤੇ ਇਹਦਾ ਮਤਲਬ ਹੈ ਉਹਨੂੰ ਪਤਾ ਹੈ ਕਿ ਅੱਬਾ ਤੇ ਮੈਨੂੰ ਹੀ ਕੁਰਬਾਨ ਕਰਨ ਲੱਗਾ। ਔਰ ਉਹ ਜਵਾਨ ਹੈ, ਨੱਸ ਨਹੀਂ ਗਿਆ, ਉਹਨੇ ਆਪਣੇ ਆਪ ਨੂੰ ਇੰਜ ਨਹੀਂ ਕੀਤਾ ਕਿ ਹੱਥ ਬੰਨਣ ਹੀ ਨਾ ਦੇ ਜਾਂ ਆਪਣੇ ਆਪ ਨੂੰ ਬੰਨਣ ਨਾ ਦੇ, ਬਲਕਿ ਉਹ ਜਵਾਨ ਹੈ, ਉਹ ਤੇ ਨੱਸ ਜਾਂਦਾ, ਉਹ ਸਮਝ ਜਾਂਦਾ ਕਿ ਮੇਰੇ ਨਾਲ ਕੀ ਕਰਨਾ ਚਾਹੁੰਦਾ, ਲੇਕਿਨ ਉਹ ਫਰਮਾਬਰਦਾਰ ਰਿਹਾ। ਇਸ ਲਈ ਕਿ ਉਹਨੇ ਵੇਖਿਆ ਕਿ ਮੇਰਾ ਬਾਪ ਆਪਣੇ ਖੁਦਾ ਦਾ ਫਰਮਾਬਰਦਾਰ ਹੈ, ਆਪਣੇ ਅਸਮਾਨੀ ਬਾਪ ਦਾ ਫਰਮਾਬਰਦਾਰ ਹੈ, ਤੇ ਜਿਹੜੇ ਬਾਪ ਅਸਮਾਨੀ ਬਾਪ ਦੇ ਫਰਮਾਬਰਦਾਰ ਨੇ, ਅੱਗੋਂ ਉਹਨਾਂ ਦੀ ਔਲਾਦ ਉਹਨਾਂ ਦੀ ਫਰਮਾਬਰਦਾਰ ਹੈ। ਔਰ ਕਲਾਮੇ ਮੁਕੱਦਸ 'ਚ ਅਸੀਂ ਬੜਾ ਵੱਡਾ ਸਬਕ ਸਿੱਖਨੇ ਆ ਕਿ ਬਾਪ ਦੀ ਅਜ਼ਮਤ, ਕਿ ਬਾਪ ਹੀ ਰੂਹਾਨੀ ਤਰੱਕੀ ਔਰ ਰੂਹਾਨੀ ਤਰਬੀਅਤ ਦਿੰਦਾ ਔਰ ਰੂਹਾਨੀ ਤੌਰ ਤੇ ਰਹਿਨੁਮਾਈ ਵੀ ਕਰਦਾ ਹੈ। ਔਰ ਕਲਾਮੇ ਮੁਕੱਦਸ 'ਚ ਅਸੀਂ ਦੇਖਨੇ ਆ ਕਿ ਫਿਰ ਖੁਦਾ ਨੇ ਕੀ ਕਿਹਾ। ਪਦਾਇਸ਼ 22 ਬਾਬ ਉਹਦੀ 11ਵੀਂ ਆਇਤ 'ਚ ਲਿਖਿਆ ਹੈ, ਤਦ ਖੁਦਾਵੰਦ ਦੇ ਫਰਿਸ਼ਤਾ ਨੇ ਉਹਨੂੰ ਅਸਮਾਨ ਤੋਂ ਪੁਕਾਰਿਆ, ਐ ਅਬਰਾਹਮ, ਐ ਅਬਰਾਹਮ। ਉਹਨੇ ਕਿਹਾ ਮੈਂ ਹਾਜ਼ਰ ਹਾਂ। ਫਿਰ ਉਹਨੇ ਕਿਹਾ ਤੂੰ ਆਪਣਾ ਹੱਥ ਲੜਕੇ ਤੇ ਨਾ ਚਲਾ ਔਰ ਨਾ ਉਹਦੇ ਨਾਲ ਕੁਛ ਕਰ, ਕਿਉਂਕਿ ਹੁਣ ਮੈਂ ਜਾਣ ਗਿਆ ਤੂੰ ਖੁਦਾ ਤੋਂ ਡਰਨਾ ਹੈ, ਇਸ ਲਈ ਕਿ ਤੂੰ ਆਪਣੇ ਪੁੱਤਰ ਨੂੰ ਵੀ ਜਿਹੜਾ ਤੇਰਾ ਇਕਲੌਤਾ ਹੈ ਮੇਰੇ ਤੋਂ ਦਰੇਗ ਨਹੀਂ ਕੀਤਾ। ਔਰ ਅਬਰਾਮ ਨੇ ਨਿਗਾਹ ਕੀਤੀ ਔਰ ਆਪਣੇ ਪਿੱਛੇ ਇੱਕ ਮੈਂਡਾ ਵੇਖਿਆ ਜਿਹਦੇ ਸਿੰਘ ਝਾੜੀ 'ਚ ਅਟਕੇ ਸਨ। ਤਦ ਅਬਰਾਮ ਨੇ ਜਾ ਕੇ ਉਸ ਮੈਂਡੇ ਨੂੰ ਫੜਿਆ ਔਰ ਆਪਣੇ ਬੇਟੇ ਦੇ ਬਦਲੇ ਸੌਖਤੀ ਕੁਰਬਾਨੀ ਦੇ ਤੌਰ ਤੇ ਚੜਾਇਆ। ਹੁਣ ਅਸੀਂ ਦੇਖਨੇ ਹਾਂ ਕਿ ਜਦੋਂ ਖੁਦਾ ਦਾ ਫਰਮਾਬਰਦਾਰ ਹੈ ਨਾ, ਖੁਦਾ ਨੇ ਉਹਦੇ ਬੱਚੇ ਨੂੰ ਵੀ ਬਚਾਇਆ। ਇੰਜ ਜਿਹੜੇ ਅਸਮਾਨੀ ਬਾਪ ਦੇ ਫਰਮਾਬਰਦਾਰ ਨੇ ਨਾ, ਖੁਦਾ ਉਹਨਾਂ ਦੀ ਔਲਾਦ ਨੂੰ ਵੀ ਬਚਾਉਂਦਾ ਹੈ ਔਰ ਉਹਦੇ ਇਵਜ਼ ਉਹ ਮੁਹੱਈਆ ਕਰਦਾ ਹੈ। ਔਰ ਜਦੋਂ ਬਾਪ ਖੁਦਾ ਤੋਂ ਦੂਰ ਹੈ, ਉਹਦੇ ਹੁਕਮਾਂ ਤੋਂ ਦੂਰ ਹੈ, ਉਹਦੇ ਆਇਨ ਤੋਂ ਦੂਰ ਹੈ, ਉਹਦੀ ਇਬਾਦਤ ਨਹੀਂ ਕਰਦਾ, ਪ੍ਰਸਤਸ਼ ਨਹੀਂ ਕਰਦਾ, ਫਿਰ ਉਹ ਕਿੰਨਾ ਵੀ ਕਮਾਉਂਦਾ ਨਾ ਤੇ ਕੁਝ ਵੀ ਨਹੀਂ ਬਣਦਾ ਔਰ ਬਰਕਤ ਵੀ ਨਹੀਂ ਰਹਿੰਦੀ। ਇਸ ਲਈ ਖੁਦਾ ਚਾਹੁੰਦਾ ਹੈ ਕਿ ਬਰਕਤ ਹੋਵੇ ਔਰ ਉਹ ਬਰਕਤ ਉਦੋਂ ਵੇ ਜਦੋਂ ਬਾਪ ਅਸਮਾਨੀ ਬਾਪ ਦੇ ਤਾਬੇ ਵੇ। ਅੱਜ ਇਸ ਦੌਰ 'ਚ ਅਸੀਂ ਦੇਖਨੇ ਆ ਬਹੁਤ ਸਾਰੇ, ਮੈਂ ਚਰਚ ਜਦੋਂ ਨਾ ਬਹੁਤ ਸਾਰੇ ਆਉਂਦੇ ਨੇ, ਕਹਿੰਦੇ ਨੇ ਬੱਚੇ ਨਾਫਰਮਾਨ ਨੇ ਜਾਂ ਬੱਚੇ ਨਸ਼ਾ ਕਰਦੇ ਨੇ ਜਾਂ ਬੱਚੇ ਬੁਰੇ ਕੰਮਾਂ 'ਚ ਨੇ, ਤੇ ਉਹ ਬਾਪ ਜਿਹੜਾ ਉਹ ਜਦੋਂ ਖੁਦਾਵੰਦ ਦੇ ਹਜ਼ੂਰ ਉਹਨਾਂ ਦੀ ਤਰਬੀਅਤ ਕਰਦਾ ਨਾ, ਉਹ ਰਾਸਤੀ ਨਾਲ ਵੀ ਚੱਲਦੇ ਨੇ ਔਰ ਉਹ ਬਰਕਤ ਵੀ ਪਾਉਂਦੇ ਨੇ। ਔਰ ਖੁਦਾ ਦੇ ਕਲਾਮ 'ਚ ਅਸੀਂ ਪੜ੍ਹਨੇ ਆ ਕਿ ਖੁਦਾ ਉਹਨੂੰ ਹੁਣ ਕੀ ਕਹਿੰਦਾ ਵੇ। ਪਦਾਇਸ਼ 22 ਬਾਬ 15ਵੀਂ ਆਇਤ 'ਚ ਲਿਖਿਆ ਹੈ, ਔਰ ਖੁਦਾਵੰਦ ਦੇ ਫਰਿਸ਼ਤਾ ਨੇ ਅਸਮਾਨ ਤੋਂ ਦੁਬਾਰਾ ਅਬਰਾਹਮ ਨੂੰ ਪੁਕਾਰਿਆ ਤੇ ਆਖਿਆ ਕਿ ਖੁਦਾਵੰਦ ਫਰਮਾਂਦਾ ਹੈ, ਚੂँਕਿ ਤੂੰ ਇਹ ਕੰਮ ਕੀਤਾ ਕਿ ਆਪਣੇ ਪੁੱਤਰ ਨੂੰ ਵੀ ਜਿਹੜਾ ਤੇਰਾ ਇਕਲੌਤਾ ਹੈ ਦਰੇਗ ਨਾ ਰੱਖਿਆ, ਇਸ ਲਈ ਮੈਂ ਵੀ ਆਪਣੀ ਜ਼ਾਤ ਦੀ ਕਸਮ ਖਾਧੀ ਹੈ ਕਿ ਮੈਂ ਤੈਨੂੰ ਬਰਕਤ ਤੇ ਬਰਕਤ ਦੇਵਾਂਗਾ ਔਰ ਤੇਰੀ ਨਸਲ ਨੂੰ ਵਧਾਉਂਦਿਆਂ ਵਧਾਉਂਦਿਆਂ ਅਸਮਾਨ ਦੇ ਤਾਰਿਆਂ ਤੇ ਸਮੁੰਦਰ ਦੇ ਕਿਨਾਰੇ ਦੀ ਰੇਤ ਦੀ ਤਰ੍ਹਾਂ ਕਰ ਦੇਵਾਂਗਾ ਔਰ ਤੇਰੀ ਔਲਾਦ ਆਪਣੇ ਦੁਸ਼ਮਣਾਂ ਦੇ ਫਾਟਕ ਦੀ ਮਾਲਕ ਹੋਵੇਗੀ ਔਰ ਤੇਰੀ ਨਸਲ ਦੇ ਵਸੀਲੇ ਨਾਲ ਜ਼ਮੀਨ ਦੀ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ, ਕਿਉਂਕਿ ਤੂੰ ਮੇਰੀ ਗੱਲ ਮੰਨੀ। ਅਸੀਂ ਸੋ ਬਾਪ ਦੀ ਇਹ ਅਜ਼ਮਤ ਹੈ ਕਿ ਉਹਦੇ ਖੁਦਾ ਦੀ ਗੱਲ ਮੰਨਣ ਨਾਲ ਉਹਦੀ ਔਲਾਦ ਨੂੰ ਬਰਕਤ ਮਿਲਦੀ ਹੈ ਔਰ ਉਹਦੀ ਔਲਾਦ ਦੇ ਵਸੀਲੇ ਨਾਲ ਕੌਮਾਂ ਬਰਕਤ ਪਾਉਂਦੀਆਂ। ਔਰ ਖੁਦਾ ਚਾਹੁੰਦਾ ਹੈ ਕਿ ਬਾਪ ਦਾ ਇਹ ਕਰੈਕਟਰ ਹੋਵੇ, ਬਾਪ ਦਾ ਇਹ ਰੋਲ ਹੋਵੇ ਕਿ ਉਹ ਆਪਣੇ ਖੁਦਾ ਦੀ ਗੱਲ ਮੰਨੇ। ਔਰ ਜਦੋਂ ਖੁਦਾ ਦੀ ਗੱਲ ਮੰਨਦਾ ਨਾ, ਤੇ ਖੁਦਾ ਕਹਿੰਦਾ ਹੈ, ਉਸ ਬਾਪ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਬਰਕਤ ਤੇ ਬਰਕਤ ਦੇਵਾਂਗਾ ਔਰ ਮੈਂ ਤੇਰੀ ਔਲਾਦ ਨੂੰ ਵੀ ਬਰਕਤ ਦਾਂਗਾ। ਜਿਸ ਤਰ੍ਹਾਂ ਖੁਦਾ ਨੇ ਨੂਹ ਨੂੰ ਤੇ ਉਹਦੇ ਪੁੱਤਰਾਂ ਨੂੰ ਬਰਕਤ ਦਿੱਤੀ, ਇੰਜ ਹੀ ਅਬਰਾਹਮ ਤੇ ਉਹਦੀ ਨਸਲ ਨੂੰ ਖੁਦਾ ਦੀ ਬਰਕਤ ਹਾਸਲ ਹੁੰਦੀ ਹੈ। ਔਰ ਇਹਦੇ ਹਾਜ਼ਰ 'ਚ ਵੀ ਜਦੋਂ ਅਸੀਂ ਹੁਣ ਆਪਣੇ ਇਰਦ ਗਿਰਦ ਵੇਖਨੇ ਆ, ਤੁਸੀਂ ਦੇਖੋ ਜਿਹੜੇ ਬਾਪ ਖੁਦਾ ਦੇ ਤਾਬੇ ਨੇ ਨਾ, ਉਹਨਾਂ ਦੇ ਬੱਚੇ ਵੀ ਤਾਬੇ ਨੇ, ਔਰ ਜੇ ਉਹ ਆਪ ਹੀ ਨਾ ਫਰਮਾਨ ਹੈ ਤੇ ਬੱਚੇ ਵੀ ਨਾ ਫਰਮਾਨ ਹੋਣਗੇ।
और खुदा ये चाहता है कि बाप हमेशा खुदा दे ताबे रहे और फिर इंज ही अपने बच्चों के लिए उन्हां दे चुनाव उन्हां दी अज़दवाजी जिंदगी दे लिए भी वो चुनाव करता है तो वो चाहता है कि ओदी बहू जिहड़ी है या ओदे दामाद वो खुदा नू प्यार करने वाले होण। पैदाइश 24 बाब च पढ़ने हैं और अब्राहम ज़ईफ ते उम्र रसीदा होया और खुदावंद ने सब गल्लां च अब्राहम नू बरकत बख्शी और अब्राहम ने अपने घर दे सालखुर दा नौकर नू जिहड़ा ओदी सारी चीज़ां दा मुख्तार सी आख्या तो अपना हाथ मेरे पट दे थले रख मैं तेनू खुदावंद दी जिहड़ा अज ज़मीन आसमान दा खुदा है कसम लवां कि तू किनानियां दी कुड़ियां नाल जिन्हां च मैं रहना किसे नू मेरे पुत्तर नाल ना व्याएगा बल्कि तू मेरे वतन च मेरे रिश्तेदारां दे कोल जाके मेरे पुत्तर इसाक दे लई बीवी लियाएगा। हुण जदों ईमानदार शख्स है बाप ईमानदार है वो चाहता है कि अगों मेरे घर च जिहड़ा आवे यानी अगर बेटा वे तो शादी होए तो बहु ईमानदारी होवे और अगर बेटी है तो दामाद ईमानदार होवे। ये ओदी सोच है क्योंकि खुदा नहीं चाहता कि जिहड़े खुदा तो दूर ने उन्हां दे नाल रिश्तेदारी होए क्योंकि नाहवार जुए जुतना जिहड़ा ये ठीक नहीं और ये भी बाप की जिम्मेदारी जिहड़ी जिम्मेदारी अब्राहम अपने बेटे दे लिए पूरी करता है कि उहदा बेटा जिहड़ा है वो खुदावंद च चलदा है तो उहदा साथी भी जिहड़ा है वो खुदावंद जिंदा खुदा दे ताबे होवे। और कलाम मुकद्दस जो असी पैदाइश 5 बाब और ओदी 6वीं आयत पढ़ने तो कलाम च लिखा है बल्कि 5वीं आयत तो और अब्राहम ने अपना सब कुछ इसाक नूं दिता और अपनी हुरमा दे पुत्रां नूं अब्राहम ने बहुत कुछ इनाम दे के अपने जीते जी उन्हां नूं अपने बेटे इसाक दे कोलों मशरक की तरफ यानी मशरक दे मुल्क च घल दिता। हुण उन्हें डिस्ट्रीब्यूट या तकसीम अपनी जिंदगी च कर दी। अज बहुत सारे बाप ने अपनी जिंदगी च ना अपने बच्चों नूं हिस्से नहीं देंदे और जो नहीं देंदे उन्हां दी वफात दे बाद बच्चे लड़ते हैं और न सिर्फ लड़ते हैं बल्कि एक दूजे के जानी दुश्मन हो जाते हैं बल्कि कई दफ़ा कोर्ट च केस लै जाते हैं। और समझदार बाप ये भी चाहता है कि उसकी मौत के बाद भी वो बच्चे आपस में मुहब्बत ते प्यार नाल रहन नफाक ना हो एक दूसरे के खिलाफ ना हो और इसलिए अपनी जिंदगी च ही उन्होंने लिए वो इंतजाम करता है ताकि उसकी वफात के बाद भी उन्होंने दरमियान लड़ाई झगड़ा टकराव ना होवे। तो ये भी एक बाप की बड़ी अहम जिम्मेदारी है क्योंकि वो नहीं चाहता कि उन्होंने दरमियान लड़ाई झगड़ा होए। जो असी 27वीं आयत पढ़ने पैदाइश 27 बाप जो इसाक ज़ईफ हो गया उहदियां अखां इंज धुंधला गईयां कि उन्हें कुछ नज़र नहीं सी आंदा तो उन्हें अपने बड़े पुत्र ईसौ नूं बुलाया और आख्या ऐ मेरे बेटे। उन्हें क्या मैं हाज़र हाँ तद उन्हें क्या वेख मैं तो ज़ईफ हो गया मैनू अपनी मौत का दिन मालूम नहीं सो हुण तू अपना हथियार अपना तरकश और अपनी कमान लैके जंगल नूं निकल जा मेरे लिए शिकार मार लिया और मेरी हस्बे पसंद लजीज खाना मेरे लिए तैयार कर कि मेरे अगे लाया ताकि मैं खावा और अपने मरण तो पहला दिल तो तेनू दुआ दवा। और बाप की ये भी जिम्मेदारी है कि अपने मरण तो पहला अपने बच्चों नूं दुआए बरकत दवाए ताकि उहदे बाद खुदा दी वो बरकतां जारी रहन और उहदे च बच्चों की फरमाबरदारी बड़ी अहम है कि जो बाप ने गल की थी उहदे ताबे होण। इंज दे भी बहुत सारे बाप ने जिहड़े बरकत देना चाहते हैं पर बच्चे बरकत नहीं लेना चाहते ना उहदी गल मानते हैं ना उहदे कोल आते हैं ना उहदे ताबेदारी करते हैं। और असीं देखने कि बाप ते बाप उहदी अजमत इन्नी है जो असीं मुसब बेटे दे बाप नूं वेखने ना तो कलाम च लिखा है हालांकि सब कुछ उजाड़ चुका है और जो वापस आया ना उन्हें फिर गले ला लिया और ये बड़ी अजीम गल है। और अक्सर पंजाबी च कहंदे ने पुत्तर कपुत्तर हो जाते हैं
ਪਰ ਮਾਪੇ ਕਮਾਪੇ ਨਹੀਂ ਹੁੰਦੇ। ਆਮੀਨ ਆਮੀਨ। ਜੀ ਨਾਜ਼ਰੀਨ, ਇੱਥੇ ਸਾਡੇ ਪ੍ਰੋਗਰਾਮ ਦਾ ਵਕਤ ਖਤਮ ਹੁੰਦਾ। ਦਿਲ ਤੇ ਨਹੀਂ ਕਰ ਰਿਹਾ ਕਿ ਅਸੀਂ ਇਹਨੂੰ ਵਾਈਂਡ ਅਪ ਕਰੀਏ, ਮਗਰ ਜ਼ਰੂਰ ਹੈ ਕਿ ਹਰ ਚੀਜ਼ ਦਾ ਇੱਕ ਵਕਤ ਮੁਕਰਰ ਹੈ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਫਾਦਰ ਡੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਏ। ਜੈ ਯਿਸੂ।